ਦੋਸਤੋ ਸਤਿ ਸ਼੍ਰੀ ਅਕਾਲ। ਅੱਜ ਹਾਜ਼ਰ ਹੋਏ ਹਾਂ ਤੁਹਾਡੇ ਨਾਲ ਗੱਲਬਾਤ ਕਰਨ ਲਈ। ਕਿਸਾਨ ਸੰਯੁਕਤ ਮੋਰਚੇ ਦੇ ਇਸ ਵੇਲੇ ਜਿਹੜਾ ਸੰਘਰਸ਼ ਚੱਲ ਰਿਹਾ ਸੰਯੁਕਤ ਮੋਰਚੇ ਦੇ ਅਧੀਨ, ਉਹਦੇ ਵਿੱਚ ਹੋ ਰਹੀਆਂ ਵੱਖ-ਵੱਖ ਬੀਜੇਪੀ ਦੀਆਂ ਥਾਂ-ਥਾਂ 'ਤੇ ਗਤੀਵਿਧੀਆਂ ਜਿਹੜੀਆਂ ਕਿ ਇਸ ਵੇਲੇ ਕਿਸਾਨ ਅੰਦੋਲਨ ਨੂੰ ਵੱਡੀ ਢਾਲ ਆ ਰਹੀਆਂ। ਇਸੇ ਤਰ੍ਹਾਂ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਯੂਨੀਵਰਸਿਟੀ ਕੈਂਪਸ ਨੂੰ ਰਾਜਨੀਤਿਕ ਅਖਾੜਾ ਬਣਾ ਕੇ ਜਿਹੜਾ ਯੂਜ਼ ਕੀਤਾ ਜਾ ਰਿਹਾ, ਜਿੱਥੇ ਸਮਾਜਿਕ ਬਾਈਕਾਟ ਹੋਇਆ ਇਹਨਾਂ ਨੇ ਲਗਾਤਾਰ ਵਿਰੋਧ ਹੋਣ ਤੋਂ ਬਾਅਦ ਹੁਣ ਇਹਨਾਂ ਨੇ ਕਾਲਜ ਯੂਨੀਵਰਸਿਟੀਆਂ ਨੂੰ ਆਪਣਾ ਡੇਰਾ ਬਣਾਇਆ ਹੋਇਆ। ਉਹਦੇ ਤੋਂ ਵਿਰੋਧ ਕਰਨ ਤੋਂ ਬਾਅਦ ਹਰਿਆਣੇ ਦੇ ਲੀਡਰ ਸਾਹਿਬਾਨਾਂ ਦੇ ਉੱਤੇ ਜਿਹੜੇ ਪਰਚੇ ਹੋਏ ਆ ਉਹਨਾਂ ਦੀ ਸਖਤ ਨਿਖੇਧੀ ਕਰਦੇ ਆ। ਔਰ ਇਹ ਬੀਜੇਪੀ ਦੀ ਸਮੁੱਚੀ ਜਿੱਥੇ ਵੀ ਸਰਕਾਰ ਹੈ, ਸੈਂਟਰ ਗੌਰਮੈਂਟ ਹੈ, ਹਰਿਆਣਾ ਗੌਰਮੈਂਟ ਹੈ, ਉਹਨੂੰ ਚੇਤਾਵਨੀ ਦਿੰਦੇ ਆ ਕਿ ਇਸ ਵੇਲੇ ਸਰਕਾਰ ਜਿਹੜੀ ਹੈ ਉਹ ਹੋਸ਼ ਤੋਂ ਕੰਮ ਲਵੇ। ਕਿਸਾਨ ਅੰਦੋਲਨ ਆਪਣੇ ਹੱਕਾਂ ਦੀ ਲੜਾਈ ਕਿਸਾਨ ਲੜ ਰਹੇ ਹੈ। ਕਿਸਾਨ ਅੰਦੋਲਨ ਜਿਹੜਾ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣਿਆ ਹੋਇਆ। ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਬੜੀ ਗੰਭੀਰਤਾ ਦੇ ਨਾਲ ਇਹ ਦੁਨੀਆ ਦੇਖ ਰਹੀ ਹੈ। ਇਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਨਿੱਜੀ ਮਫਾਦਾਂ ਅਤੇ ਕੁਰਸੀਆਂ ਦੇ ਮੋਹ ਨੂੰ ਤਿਆਗ ਕੇ ਇਹਨਾਂ ਕਿਸਾਨਾਂ ਮਜ਼ਦੂਰਾਂ ਵੱਲ ਦੇਖਿਆ ਜਾਵੇ। ਅਤੇ ਜਿਹੜਾ ਇਹਨਾਂ ਨੇ ਇਸ ਵੇਲੇ ਕਾਲਜ ਯੂਨੀਵਰਸਿਟੀਆਂ ਨੂੰ ਆਪਣਾ ਅੱਡਾ ਬਣਾਇਆ ਹੋਇਆ, ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ ਹੋਇਆ, ਉਹਦਾ ਜੇਕਰ ਵਿਰੋਧ ਕਿਸਾਨ ਕਰਦੇ ਅਤੇ ਉਹਨਾਂ ਦੇ ਉਲਟ ਪਰਚੇ ਕਰਨ ਦੀ ਨੀਤੀ ਤੋਂ ਬਾਜ਼ ਆਉਣ। ਦੂਸਰੀ ਗੱਲ ਇਹ ਹੈ ਕਿ ਜਿਹੜਾ ਰਾਜਪੁਰੇ ਵਿੱਚ ਪਿਛਲੇ ਦਿਨੀਂ ਵੱਡਾ ਵਿਰੋਧ ਹੋਇਆ ਬੀਜੇਪੀ ਲੀਡਰਾਂ ਦਾ, ਲੋਕਲ ਲੀਡਰਸ ਜਿਹੜੇ ਸੀ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੇਖੋ, ਵਿਰੋਧ ਕਿਸੇ ਦਾ ਕੋਈ ਇਹ ਨਹੀਂ ਹੈ ਕਿ ਕੋਈ ਨਿੱਜੀ ਹੈ, ਕੋਈ ਕਿਸੇ ਦਾ ਕੋਈ ਵੱਟ ਬੰਨੇ ਦਾ ਕੋਈ ਜਾਂ ਨਿੱਜੀ ਰੰਜਿਸ਼ ਹੈ। ਇਹ ਤਾਂ ਤੁਹਾਡੀਆਂ ਨੀਤੀਆਂ ਦਾ ਵਿਰੋਧ ਹੈ ਜਿਹੜੀਆਂ ਬੀਜੇਪੀ ਸਰਕਾਰ ਨੇ ਆਉਂਦਿਆਂ ਕਿਸਾਨਾਂ ਦੇ ਉੱਤੇ ਥੋਪੇ ਹੋਏ 3 ਕਾਨੂੰਨ ਅਤੇ ਜਿਹੜੇ MSP ਦੀ ਗਰੰਟੀ ਨਾ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਨਾ ਕਰਨ ਅਤੇ ਜਿਹੜਾ ਪਰਾਲੀ ਦਾ ਇੱਕ ਨਵਾਂ ਐਕਟ ਜਿਹੜਾ ਥੋਪਿਆ ਗਿਆ, ਉਹਦੇ ਵਿਰੋਧ ਦੇ ਵਿੱਚ ਕਿਸਾਨ ਬੈਠੇ ਹੋਏ ਆ। 8 ਮਹੀਨੇ ਸੜਕਾਂ 'ਤੇ ਰੁਲਦਿਆਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦਿਆਂ, ਸੰਘਰਸ਼ ਕਰਦਿਆਂ, ਧੁੱਪ ਛਾਂ ਗਰਮੀ ਸਰਦੀ ਝੱਲਦਿਆਂ ਇਹਨਾਂ ਨੂੰ ਬੈਠਿਆਂ ਨੂੰ ਇਹ ਸਮਾਂ ਜਿਹੜਾ ਲੰਘਿਆ। ਇੱਥੇ ਬਜ਼ੁਰਗ ਬੱਚੇ ਤੁਹਾਡੀ ਇਸ ਨੀਤੀ ਦਾ, ਤੁਹਾਡੇ ਇਸ ਕਾਨੂੰਨਾਂ ਦਾ ਵਿਰੋਧ ਕਰ ਰਹੇ ਹੈ, ਪਰ ਤੁਹਾਡੇ ਇਸ ਤਾਨਾਸ਼ਾਹੀ ਰੁਖ ਨੇ ਇਹਨਾਂ ਨੂੰ ਮਜਬੂਰ ਕੀਤਾ ਕਿ ਤੁਹਾਨੂੰ ਪਿੰਡਾਂ ਦੇ ਵਿੱਚ ਆਉਣ ਤੋਂ ਰੋਕਿਆ ਜਾਵੇ। ਜਦੋਂ ਤੁਸੀਂ ਇਹਨਾਂ ਲੋਕਾਂ ਦੀਆਂ ਵੋਟਾਂ 'ਤੇ ਜਦੋਂ ਕੁਰਸੀਆਂ ਦਾ ਆਨੰਦ ਮਾਣਦੇ ਹੋ, ਉਸ ਵੇਲੇ ਤੁਹਾਨੂੰ ਕੋਈ ਵਿਰੋਧ ਨਹੀਂ, ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਤਕਲੀਫ ਨਹੀਂ ਇਹਨਾਂ ਲੋਕਾਂ ਤੋਂ। ਪਰ ਜਦੋਂ ਇਹ ਲੋਕ ਆਪਣਾ ਹੱਕ ਮੰਗਦੇ ਆ, ਜਦੋਂ ਤੁਹਾਡੇ ਕੋਲੋਂ ਇਹਨਾਂ ਨੇ ਇਹਨਾਂ ਕਾਨੂੰਨਾਂ ਦੀ ਵਾਪਸੀ ਦੀ ਮੰਗ ਕੀਤੀ, ਤਾਂ ਫਿਰ ਤੁਹਾਨੂੰ ਇਹਨਾਂ ਲੋਕਾਂ ਦੇ ਉੱਤੇ ਤਸ਼ੱਦਦ ਦੀ ਵਾਰੀ, ਇਹਨਾਂ ਲੋਕਾਂ ਨੂੰ ਸਮਝਾਉਣ ਦੀ, ਇਹਨਾਂ ਦੇ ਉੱਤੇ ਪਰਚੇ, ਇਹਨਾਂ ਨੂੰ ਜਿਹੜਾ ਨਸ਼ੇੜੀ, ਇਹਨਾਂ ਨੂੰ ਵਿਹਲੜ, ਇਹਨਾਂ ਨੂੰ ਪਿਕਨਿਕ ਮਨਾਉਣ ਵਾਲੇ ਸਾਰੇ ਹੀ ਤੁਹਾਡੇ ਕੋਲ ਉਹ ਜਿਹੜੇ ਹੱਥਕੰਡੇ ਤੁਸੀਂ ਅਪਣਾਏ, ਇਹਨਾਂ ਨੂੰ ਹਰ ਤਰ੍ਹਾਂ ਇਸ ਮੋਰਚੇ 'ਚੋਂ ਨਿਖੇੜਨ ਦੀ ਜਿਹੜੀ ਹੈ ਤੁਸੀਂ ਵਿਉਂਤਬੰਦੀ ਘੜੀ, ਕਦੀ ਤੁਸੀਂ ਨਕਸਲਾਈਟ, ਕਦੀ ਤੁਸੀਂ ਖਾਲਿਸਤਾਨੀ, ਕਦੀ ਤੁਸੀਂ ਵੱਖਵਾਦੀ ਦੇ ਟੈਗ ਇਹਨਾਂ 'ਤੇ ਲਗਾਏ। ਪਰ ਹੁਣ ਜਦੋਂ ਇਹ ਤੁਹਾਡੇ ਜਿਹੜੀ ਸਾਰੀ ਸਾਜ਼ਿਸ਼ ਫੇਲ ਹੁੰਦੀ ਹੈ ਅਤੇ ਹੁਣ ਤੁਸੀਂ ਇਹਨਾਂ ਦੇ ਕੋਲ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਦਾ ਮੂੰਹ ਚੜਾ ਰਹੇ ਹੋ। ਇਸੇ ਤਰ੍ਹਾਂ ਰਾਜਪੁਰੇ ਵਿੱਚ ਜੋ ਘਟਨਾ ਹੋਈ ਹੈ, ਇਹ ਬਿਲਕੁਲ ਤੁਹਾਡੀ ਨਲਾਇਕੀ ਦੇ ਕਾਰਨ, ਤੁਹਾਡੀ ਬਦਕਲਾਮੀ ਦੇ ਕਾਰਨ, ਔਰਤਾਂ ਦੇ ਨਾਲ ਤੁਸੀਂ ਜਿਹੜੀ ਬਦਕਲਾਮੀ ਕਰਦੇ ਹੋ, ਅਪਸ਼ਬਦ ਬੋਲਦੇ ਹੋ, ਇਹਦੇ ਕਾਰਨ ਲੋਕਾਂ ਦਾ ਰੋਹ ਹੈ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਹਾਡੀ ਇਸ ਤਰ੍ਹਾਂ ਦੀ ਹੀ ਸ਼ਬਦਾਵਲੀ ਰਹੇਗੀ ਤਾਂ ਲੋਕ ਹੋਰ ਵਿਰੋਧ ਕਰਨਗੇ। ਇਹ ਕਿਸੇ ਕਿਸਾਨ ਲੀਡਰ ਇਕੱਲੇ ਦੇ ਜਾਂ ਕਿਸੇ ਜਥੇਬੰਦੀ ਦੀ ਗੱਲ ਨਹੀਂ, ਇਹ ਲੋਕਾਂ ਦਾ, ਇਹ ਲੋਕ ਅੰਦੋਲਨ ਹੈ, ਇਹ ਲੋਕ ਯੁੱਧ ਹੈ। ਲੋਕ ਯੁੱਧ ਦੇ ਵਿੱਚ ਜਦੋਂ ਲੋਕ ਆਪਣੇ ਹੱਕਾਂ ਲਈ, ਆਪਣੀਆਂ ਮੰਗਾਂ ਪ੍ਰਤੀ ਅਵੇਅਰ ਹੋ ਜਾਣ ਅਤੇ ਫਿਰ ਲੋਕ ਆਪ ਮੁਹਾਰੇ ਖੜ੍ਹੇ ਹੋ ਕੇ ਲੀਡਰਾਂ ਨੂੰ ਸਵਾਲ ਕਰਨਾ ਫਰਜ਼ ਬਣਦਾ। ਜਦੋਂ ਤੁਹਾਨੂੰ ਲੋਕਾਂ ਨੇ ਪੈਦਾ ਕੀਤਾ, ਲੋਕਾਂ ਨੇ ਤੁਹਾਨੂੰ ਵੋਟਾਂ ਦੇ ਕੇ ਲੀਡਰ ਬਣਾਇਆ, ਅਤੇ ਲੋਕ ਸਵਾਲ ਕਿਉਂ ਨਾ ਕਰਨ।
ਜਦੋਂ ਸਵਾਲ ਕਰਦੇ ਉਸ ਵੇਲੇ ਤੁਸੀਂ ਲੋਕਤੰਤਰ ਦਾ ਢੰਡੋਰਾ ਪਿੱਟਦੇ ਹੋ, ਲੋਕਤੰਤਰ ਦਾ ਘਾਣ ਹੋ ਗਿਆ, ਮਨੁੱਖੀ ਅਧਿਕਾਰਾਂ ਦਾ ਘਾਣ ਹੋ ਗਿਆ, ਇਹ ਸਾਡਾ ਅਧਿਕਾਰ ਹੈ, ਸਾਨੂੰ ਲੋਕਤੰਤਰ ਅਧਿਕਾਰ ਦਿੰਦਾ ਹੈ, ਸਾਡਾ ਸੰਵਿਧਾਨ ਅਧਿਕਾਰ ਦਿੰਦਾ ਹੈ, ਅਤੇ ਕਿ ਲੋਕਾਂ ਨੂੰ ਅਧਿਕਾਰ ਨਹੀਂ ਦਿੰਦਾ ਹੈ ਕਿ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਸਵਾਲ ਪੁੱਛ ਸਕਣ। ਅਤੇ ਜੇ ਚੁਣੇ ਹੋਏ ਨੁਮਾਇੰਦੇ ਨੂੰ ਸਵਾਲ ਪੁੱਛਦੇ ਹੈ ਫਿਰ ਤੁਸੀਂ ਉਹਨਾਂ 'ਤੇ ਜਿਹੜੀਆਂ ਰਫਲਾਂ ਤਾਣਦੇ ਹੋ, ਪਿਸਤੌਲਾਂ ਤਾਣਦੇ ਹੋ। ਇਹ ਕਿਤੇ ਨਾ ਕਿਤੇ ਤੁਹਾਡੀ ਇਹ ਤਾਨਾਸ਼ਾਹੀ ਨੂੰ ਸਾਬਤ ਕਰਦਾ ਹੈ, ਅਤੇ ਤਾਨਾਸ਼ਾਹੀ ਬਹੁਤਾ ਚਿਰ ਚੱਲਿਆ ਨਹੀਂ ਕਰਦੀ। ਸੋ ਸਾਫ਼ ਸ਼ਬਦਾਂ ਦੇ ਵਿੱਚ ਗੱਲ ਇਹ ਹੈ ਕਿ ਜੇਕਰ ਤੁਸੀਂ ਇਸ ਦੇਸ਼ ਵਿੱਚ ਰਾਜ ਕਰਨਾ ਹੈ, ਪੰਜਾਬ 'ਚ ਰਾਜ ਕਰਨਾ ਹੈ, ਲੋਕਾਂ 'ਤੇ ਰਾਜ ਕਰਨਾ ਹੈ, ਅਤੇ ਲੋਕਾਂ ਦੀ ਗੱਲ ਕਰਨੀ ਪੈਣੀ ਹੈ, ਲੋਕਾਂ ਦੀ ਸੇਵਾ ਕਰਨੀ ਪੈਣੀ, ਲੋਕਾਂ ਦੀਆਂ ਤਕਲੀਫਾਂ, ਦੁੱਖ ਦਰਦ ਨੂੰ ਸਮਝਣਾ ਪੈਣਾ ਹੈ। ਔਰ ਜਿੰਨਾ ਤੁਸੀਂ ਲੋਕਾਂ ਦੇ ਦੁੱਖ ਦਰਦ ਨੂੰ ਸਮਝਣਗੇ, ਲੋਕ ਅੱਖਾਂ 'ਤੇ ਪਲਕਾਂ 'ਤੇ ਬਿਠਾਉਣਗੇ, ਹੱਥਾਂ 'ਤੇ ਚੱਕਣਗੇ। ਪਰ ਜਦੋਂ ਤੁਸੀਂ ਲੋਕਾਂ ਦੀ ਗੱਲ ਨਹੀਂ ਕਰੋਗੇ, ਜਦੋਂ ਤੁਸੀਂ ਲੋਕਾਂ ਦੇ ਹੱਕਾਂ ਨੂੰ ਮਾਰਨ ਦੀ ਗੱਲ ਕਰੋਗੇ, ਲੋਕਾਂ 'ਤੇ ਕਾਨੂੰਨ ਥੋਪਣ ਦੀ ਗੱਲ ਕਰੋਗੇ, ਧਰਨੇ ਵਿੱਚ ਬੈਠੀਆਂ ਹੋਈਆਂ ਮਾਤਾਵਾਂ ਭੈਣਾਂ ਨੂੰ ਅਪਸ਼ਬਦ ਬੋਲੋਗੇ, ਅਤੇ ਫਿਰ ਲੋਕ ਉਹਦਾ ਰਿਐਕਸ਼ਨ ਕਰਨਗੇ। ਸੋ ਇਸ ਤਰ੍ਹਾਂ ਦਾ ਰਿਐਕਸ਼ਨ ਕਰਨ ਤੋਂ ਬਾਅਦ ਜਿਹੜੇ ਤੁਸੀਂ ਪਰਚੇ ਕੀਤੇ ਆ, ਮੈਂ ਪੰਜਾਬ ਸਰਕਾਰ ਨੂੰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਨੂੰ ਬੇਨਤੀ ਕਰਦਾ, ਚੇਤਾਵਨੀ ਵੀ ਦਿੰਦਾ ਕਿ ਜਿੰਨੀ ਜਲਦੀ ਹੋ ਸਕਦਾ ਹੈ ਇਹਨਾਂ ਕਿਸਾਨਾਂ ਦੇ ਉੱਤੇ ਪਾਏ ਹੋਏ ਪਰਚੇ, ਜਿਹੜੇ ਪਿਛਲੇ ਦਿਨੀ ਤੁਸੀਂ ਨੌਜਵਾਨਾਂ ਨੂੰ ਘਰਾਂ 'ਚੋਂ ਗ੍ਰਿਫਤਾਰ ਕੀਤਾ ਹੈ, ਬਿਨਾਂ ਕਿਸੇ ਸ਼ਰਤ ਦੇ ਜਿੰਨੀ ਜਲਦੀ ਹੋ ਸਕਦਾ ਬਿਨਾਂ ਦੇਰੀ ਲਾਏ ਇਹਨਾਂ ਦੇ ਉੱਤੇ ਜਿਹੜੇ ਪਰਚੇ ਕੀਤੇ ਹੋਏ ਉਹਨਾਂ ਨੂੰ ਰੱਦ ਕਰਕੇ ਇਹਨਾਂ ਨੂੰ ਰਿਹਾ ਕੀਤਾ ਜਾਵੇ। ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਹੋਣਾ। ਜੇ ਇਹ ਸੰਘਰਸ਼ ਤਿੱਖਾ ਹੁੰਦਾ ਹੈ ਅਤੇ ਉਹਦੇ ਵਿੱਚ ਹੋਣ ਵਾਲੇ ਨੁਕਸਾਨ ਜਾਂ ਸੜਕੀ ਆਵਾਜਾਈ ਜੇ ਰੋਕਦੇ ਹੈ, ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ। ਸੋ ਇਹ ਸੰਘਰਸ਼ਾਂ ਦੇ ਰਾਹ 'ਤੇ ਤੁਰੇ ਹੋਏ ਇਸ ਕਿਸਾਨ ਨੂੰ ਤੁਸੀਂ ਹੋਰ ਸੰਘਰਸ਼ ਵੱਲ ਨਾ ਧੱਕੋ, ਤਾਂ ਕਿ ਇਹ ਸੰਘਰਸ਼ ਜਿਹੜਾ ਹੈ ਸ਼ਾਂਤਮਈ ਦਿੱਲੀ ਦੇ ਬਾਰਡਰਾਂ ਤੱਕ ਉੱਥੇ ਸੀਮਤ ਰਹੇ, ਪੰਜਾਬ ਵੱਲ ਨੂੰ ਵਧੇ ਨਾ। ਔਰ ਦੂਸਰੀ ਜਿਹੜੀ ਰਾਜਨੀਤਿਕ ਲੋਕਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਰੈਲੀਆਂ, ਉਹਨਾਂ ਨੂੰ ਬੇਨਤੀ ਹੈ ਕਿ ਜੇ ਇੱਕ ਬੰਨੇ ਜਵਾਬ ਤੁਹਾਡਾ ਇਹ ਹੁੰਦਾ ਹੈ ਕਿ ਕਿਸਾਨ ਸੰਘਰਸ਼ ਜਿਹੜਾ ਹੈ ਉਹ ਪੰਜਾਬ ਦੇ, ਭਾਰਤ ਦੇ ਹਰ ਕਿਸਾਨ ਦਾ ਹੈ, ਅਤੇ ਜੇ ਪੰਜਾਬ ਦੇ ਕਿਸਾਨ ਦਾ ਹੈ, ਪੰਜਾਬ ਦੇ ਮਜ਼ਦੂਰ ਦਾ ਹੈ, ਪੰਜਾਬੀਆਂ ਦਾ ਹੈ, ਅਤੇ ਫਿਰ ਪੰਜਾਬੀ ਤੁਹਾਨੂੰ ਇਹ ਬੇਨਤੀ ਕਰਦੇ ਹੈ ਕਿ ਤੁਸੀਂ ਰਾਜਨੀਤਿਕ ਏਜੰਡਾ ਬਾਅਦ ਵਿੱਚ ਲਾਗੂ ਕਰ ਲਿਓ, ਸਮਾਂ ਪਿਆ। ਕੁਰਸੀਆਂ ਨੂੰ ਤੁਸੀਂ ਜਿੰਨਾ ਮੋਹ ਕਰਦੇ ਹੋ, ਕਾਸ਼ ਕਿਤੇ ਲੋਕਾਂ ਨਾਲ ਮੋਹ ਕੀਤਾ ਹੁੰਦਾ ਅਤੇ ਲੋਕ ਤੁਹਾਨੂੰ ਇਹ ਕੁਰਸੀਆਂ ਦੇ ਨਾਲ ਨਵਾਜ਼ਦੇ ਰਹਿੰਦੇ, ਲੋਕਾਂ ਕੋਲ ਜਾਣਾ ਨਾ ਪੈਂਦਾ, ਲੋਕ ਤੁਹਾਨੂੰ ਆਪ ਆਣ ਕੇ ਇਹ ਜਿਹੜੇ ਤਗਮੇ ਆ ਇਹ ਤੁਹਾਨੂੰ ਜਿਹੜੀਆਂ ਚੇਅਰਮੈਨੀਆਂ ਅਤੇ MLA-ਸ਼ਿਪ ਜਿਹੜੇ ਘਰ ਆਣ ਕੇ ਦਿੰਦੇ। ਪਰ ਤੁਸੀਂ ਲੋਕਾਂ ਨੂੰ ਬੁੱਧੂ ਬਣਾਉਣ ਦੀ ਗੱਲ, ਲੋਕਾਂ ਨੂੰ ਜੁਮਲੇ ਸੁਣਾਉਣ ਦੀ ਗੱਲ, ਕੋਈ ਕਿੰਨੀਆਂ ਯੂਨਿਟਾਂ ਮਾਫ ਕਰ ਰਿਹਾ, ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦ ਪਰਿਵਾਰਾਂ ਨੂੰ ਵੱਡੇ ਫੰਡ ਦੇਣ ਦੀ ਗੱਲ ਕਰਦਾ ਹੈ। ਜੇ ਤੁਸੀਂ ਦੇਣੇ ਹੀ ਹੈ ਫੰਡ ਤਾਂ ਜਿਉਂਦੇ ਜੀ ਦਿਓ, ਲੋਕਾਂ ਦੇ ਬੱਚਿਆਂ ਨੂੰ ਰੋਜ਼ਗਾਰ ਦਿਓ। ਝੂਠੀਆਂ ਸੌਹਾਂ ਖਾ ਕੇ ਜਿਹੜੇ ਤੁਸੀਂ ਵਾਅਦੇ ਕੀਤੇ ਹੈ ਉਹ ਇਨਸਾਫ ਕਰੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ ਹੁਣ ਤੱਕ ਨਹੀਂ ਮਿਲਿਆ। ਤੁਸੀਂ ਲੱਖਾਂ ਨੌਕਰੀਆਂ ਦੀ ਗੱਲ ਕੀਤੀ ਸੀ, ਹੁਣ ਤੱਕ ਨਹੀਂ ਮਿਲੀਆਂ। ਤੁਸੀਂ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕੀਤੀ ਸੀ, ਹੁਣ ਤੱਕ ਨਹੀਂ ਟੁੱਟਾ। ਉਸੇ ਤਰ੍ਹਾਂ ਹੀ ਜਿਹੜਾ ਉਹ ਨਸ਼ੇ ਦਾ ਦਰਿਆ ਜਿਹੜਾ ਵਗ ਰਿਹਾ। ਸੜਕਾਂ ਦੇ ਉੱਤੇ ਹੋ ਰਹੇ ਹਾਦਸਿਆਂ ਦੀ ਤੁਸੀਂ ਗੱਲ ਕੀਤੀ ਸੀ। ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣ ਦੀ ਤੁਸੀਂ ਗੱਲ ਕੀਤੀ ਸੀ। ਤੁਹਾਡਾ ਖਜ਼ਾਨਾ ਹਾਲੇ ਤੱਕ ਨਹੀਂ ਭਰਿਆ। ਬਿਜਲੀ ਦੀ ਹਾਲਤ ਪਿਛਲੇ ਦਿਨੀਂ ਤੁਸੀਂ ਦੇਖੀ ਹੈ, ਜਿਸ ਹਾਲਤ ਦੇ ਵਿੱਚ ਕਿਸਾਨਾਂ ਨੇ ਇਸ ਸਮੇਂ ਝੋਨੇ ਦੀ ਜਿਹੜੀ ਬਿਜਾਈ ਕੀਤੀ ਹੈ, 2 ਘੰਟੇ ਬਿਜਲੀ ਦੇ ਵਿੱਚ ਜਿਹੜੀ ਤੁਸੀਂ 8-8 ਘੰਟੇ ਦੇਣ ਦਾ ਵਾਅਦਾ ਕੀਤਾ ਸੀ, ਉਹਨੂੰ ਵੀ ਤੁਸੀਂ ਲਗਾਤਾਰ ਇੱਕ ਜੁਮਲੇ ਦੇ ਵਜੋਂ ਵਰਤਿਆ। ਅਤੇ ਜਦੋਂ ਲੋਕ ਸੜਕਾਂ 'ਤੇ ਆਏ ਫਿਰ ਤੁਹਾਡੀਆਂ ਅੱਖਾਂ ਖੁੱਲ੍ਹੀਆਂ। ਮੈਨੂੰ ਪਤਾ ਲੱਗਾ ਕਿ ਹੁਣੇ ਪਿਛਲੇ ਕੁਝ ਘੰਟਿਆਂ 'ਚ ਹੀ ਜਿਹੜਾ ਥਰਮਲ ਪਲਾਂਟ ਹੈ ਇੱਕ ਤੁਸੀਂ ਚਲਾਇਆ, ਪਰ ਇਹ ਪਹਿਲਾਂ ਪ੍ਰਬੰਧ ਤੁਹਾਡਾ ਕਿਉਂ ਨਹੀਂ ਹੋਇਆ? ਜੇ ਪਹਿਲਾਂ ਪ੍ਰਬੰਧ ਕੀਤਾ ਹੁੰਦਾ ਅਤੇ ਲੋਕ ਸੜਕਾਂ 'ਤੇ ਬੈਠਣ ਲਈ ਇਹ ਔਰ ਲਗਭਗ 90-95 ਰੁਪਏ ਜਿਹੜਾ ਡੀਜ਼ਲ ਹੈ ਉਹ ਆਪਣੇ ਜਨਰੇਟਰਾਂ ਦੇ ਵਿੱਚ ਜਾਂ ਇੰਜਨਾਂ ਦੇ ਵਿੱਚ ਫੂਕਣ ਵਾਸਤੇ ਮਜਬੂਰ ਨਾ ਹੁੰਦੇ। ਤੁਸੀਂ ਲੋਕਾਂ ਦੀ ਜੇਬ ਨੂੰ ਚੂਨਾ ਲਾਇਆ, ਠੀਕ ਉਸੇ ਹੀ ਤਰਜ਼ 'ਤੇ ਜਿਸ ਤਰ੍ਹਾਂ ਸੈਂਟਰ ਸਰਕਾਰ ਲੋਕਾਂ ਦੀਆਂ ਜੇਬਾਂ ਨੂੰ, ਲੋਕਾਂ ਦੇ ਰੁਜ਼ਗਾਰ ਨੂੰ ਚੂਨਾ ਲਾ ਰਹੀ ਹੈ। ਸੋ ਜਿੰਨੀ ਜਲਦੀ ਹੋ ਸਕੇ ਲੋਕਾਂ ਦੀ ਨਬਜ਼ ਨੂੰ ਪਛਾਣੋ। 2022 ਦਾ ਇਲੈਕਸ਼ਨ ਨੇੜੇ ਹੈ, ਨਹੀਂ ਤਾਂ ਲੋਕ ਸਵਾਲ ਕਰਨਗੇ ਤੁਹਾਨੂੰ। ਹਰ ਚੁਰਾਹੇ ਦੇ ਵਿੱਚ ਘੇਰ ਕੇ ਸਵਾਲ ਪੁੱਛੇ ਜਾਣਗੇ।
ਰਾਜਨੀਤੀ ਪਹਿਲਾਂ ਵਾਲੀ ਰਹਿਣੀ ਨਹੀਂ। ਰਾਜਨੀਤਿਕ ਲੋਕਾਂ ਨੂੰ ਸੁਧਰਨ ਦੀ, ਰਾਜਨੀਤਿਕ ਲੋਕਾਂ ਨੂੰ ਸਮਝਣ ਦੀ ਅਪੀਲ ਹੈ। ਜੇ ਨਹੀਂ ਸਮਝੋਗੇ ਸਵਾਲ ਹੋਣਗੇ। ਧੰਨਵਾਦ।